ਗੁਜਰੀ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਸਰਪ ਜੋਨ ਬਲ ਬਲ ਅਵਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵੀਸਰੈ। ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਬੇਸਵਾ ਜੋਨ ਬਲ ਬਲ ਅਵਤਰੈ, ਅੰਤ ਕਾਲ ਜੋ ਲੜਕੇ ਸਿਮਰੈ। ਐਸੀ ਚਿੰਤਾ ਮੈਂ ਜੇ ਮਰੈ। ਸ਼ੂਕਰ ਜੋਨ ਬਲ ਬਲ ਅਵਤਰੈ, ਅੰਤ ਕਾਲ ਜੋ ਮੰਦਰ ਸਿਮਰੈ। ਐਸੀ ਚਿੰਤਾ ਮੈਂ ਜੇ ਮਰੈ। ਪ੍ਰੇਤ ਜੋਨ ਬਲ ਬਲ ਅਵਤਰੈ, ਅੰਤ ਕਾਲ ਨਾਰਾਇਣ ਸਿਮਰੈ। ਐਸੀ ਚਿੰਤਾ ਮੈਂ ਜੇ ਮਰੈ। ਬਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਗੁਜਰੀ ਰਾਗ ਵਿੱਚ ਭਗਤ ਤਿਰਲੋਚਨ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਇਹ ਦੋ ਸ਼ਬਦ ਹਨ। ਇਹ ਦੂਜੇ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ। ਪਹਿਲੇ ਅਤੇ ਦੂਜੇ ਦੋਹਾਂ ਸ਼ਬਦਾਂ ਵਿੱਚ ਭਗਤ ਜੀ ਨੇ ਪਰਮਾਤਮਾ ਦੇ ਨਾਮ ਸਿਮਰਨ ਦੀ ਮਹਿਮਾ ਦੱਸੀ, ਕਿਉਂਕਿ ਭਗਤ ਜੀ ਆਪ ਬ੍ਰਾਹਮਣ ਜਾਤੀ ਨਾਲ ਸੰਬੰਧ ਰੱਖਦੇ ਹਨ। ਇਹ ਜ਼ਰੂਰੀ ਨਹੀਂ ਕਿ ਕਿਸ ਜਾਤ ਦਾ ਕੋਈ ਭਗਤ ਹੋ ਸਕਦਾ। ਗੁਰਬਾਣੀ ਦਾ ਤੇ ਫੈਸਲਾ ਹੈ ਕਿ ਪਟ ਭਾਂਡਾ ਕਹਿ ਨ ਕੋਈ, ਐਸਾ ਭਗਤ ਵਰਨ ਮੈਂ ਹੋਏ। ਜਿਵੇਂ ਘਿਓ ਨੂੰ ਸੁੱਚਾ ਕਿਹਾ ਜਾਂਦਾ, ਪਟ ਰੇਸ਼ਮ ਨੂੰ ਸੁੱਚਾ ਕਿਹਾ ਜਾਂਦਾ, ਉਹਨਾਂ ਦੇ ਭਾਂਡੇ ਦੀ ਵਿਚਾਰ ਨਹੀਂ ਕੀਤੀ ਜਾਂਦੀ। ਇਸੇ ਤਰ੍ਹਾਂ ਜਿਹੜਾ ਪਰਮਾਤਮਾ ਦੀ ਭਗਤੀ ਕਰਨ ਵਾਲਾ ਭਗਤ ਹੈ, ਜ਼ਰੂਰੀ ਨਹੀਂ ਕਿ ਉਹ ਕਿਹੜੇ ਵਰਨ ਵਿੱਚੋਂ ਹੋ ਸਕਦਾ, ਉਹ ਕਿਸੇ ਵਰਨ ਵਿੱਚੋਂ ਵੀ ਹੋ ਸਕਦਾ। ਤੇ ਜਿਸ ਨੂੰ ਪਰਮਾਤਮਾ ਦੀ ਭਗਤੀ ਦੀ ਸੋਝੀ ਗਿਆਨ ਮਿਲ ਜਾਏ, ਉਹ ਫਿਰ ਇਹਨਾਂ ਕਰਮ ਕਾਂਡਾਂ ਤੋਂ ਬਹੁਤ ਉੱਚਾ ਉੱਠ ਜਾਂਦਾ ਤੇ ਉਹ ਆਪ ਵੀ ਪਰਮਾਤਮਾ ਦੇ ਸਿਮਰਨ ਵਿੱਚ ਜੁੜਦਾ, ਤੇ ਜਿਹੜਾ ਉਹਦੀ ਸੰਗਤ ਵਿੱਚ ਆਵੇ ਉਹਨੂੰ ਵੀ ਇਹੋ ਹੀ ਪ੍ਰੇਰਨਾ ਕਰਦਾ। ਜਿਵੇਂ ਕਿ ਪਿਛਲੇ ਸ਼ਬਦ ਵਿੱਚ ਵੀ ਅਸੀਂ ਇਹ ਵਿਚਾਰਿਆ ਸੀ, ਭਗਤ ਜੀ ਦੇ ਕੋਲ ਇੱਕ ਬ੍ਰਾਹਮਣ ਵੀ ਆਇਆ, ਇੱਕ ਸੰਨਿਆਸੀ ਵੀ ਆਇਆ। ਉਹਨਾਂ ਦੋਹਾਂ ਨੇ ਆਪਣੇ ਆਪਣੇ ਮਤ ਅਨੁਸਾਰ ਭਗਤ ਜੀ ਨੂੰ ਆਪਣੇ ਮਤ ਦੀ ਵਿਸ਼ੇਸ਼ਤਾ ਦੱਸੀ, ਪਰ ਭਗਤ ਜੀ ਨੇ ਜੋ ਉਪਦੇਸ਼ ਕੀਤਾ ਉਹ ਸਮੁੱਚੀ ਮਨੁੱਖਤਾ ਲਈ ਸਾਂਝਾ ਉਪਦੇਸ਼। ਤੇ ਆਖਿਆ ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ।
ਹੁਣ ਸਾਰੇ ਸ਼ਬਦ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਸੀ ਕਿ ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖ ਉਦਾਸੀ। ਹਿਰਦੈ ਕਮਲ ਘਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੀ। ਤੋ ਕਹਿਣ ਦਾ ਭਾਵ, ਭਗਤਾਂ ਨੇ ਤਾਂ ਪਰਮਾਤਮਾ ਦੀ ਭਗਤੀ ਨੂੰ, ਸਿਮਰਨ ਨੂੰ ਸਭ ਤੋਂ ਉੱਚਾ ਦਰਜਾ। ਹਾਂ, ਇਹ ਠੀਕ ਹੈ ਕਿ ਜਿਸ ਵਰਨ ਵਿੱਚ, ਜਿਸ ਜਾਤ ਵਿੱਚ, ਜਿਸ ਕੁਲ ਵਿੱਚ ਕਿਸੇ ਨੇ ਜਨਮ ਲਿਆ ਹੁੰਦਾ, ਉਹਨੂੰ ਉਹਨਾਂ ਮਰਿਆਦਾਵਾਂ ਦਾ, ਰਵਾਇਤਾਂ ਦਾ ਗਿਆਨ ਕੁਦਰਤੀ ਹੁੰਦਾ। ਜਿਵੇਂ ਕੋਈ ਜ਼ਿਮੀਂਦਾਰ ਹੋਵੇ ਤੇ ਉਹਨੂੰ ਜ਼ਮੀਨ ਨਾਲ ਸੰਬੰਧਿਤ ਗੱਲਾਂ ਦਾ ਗਿਆਨ ਹੋਵੇ, ਜੇ ਕੋਈ ਦੁਕਾਨਦਾਰ ਹੋਵੇ ਉਹਨੂੰ ਦੁਕਾਨ ਦੀਆਂ ਗੱਲਾਂ ਦੀ ਸਮਝ ਹੋਵੇ। ਔਰ ਇਹ ਗੁਰਬਾਣੀ ਦਾ ਇੱਕ ਵਿਲੱਖਣ ਤਰੀਕਾ ਵੀ ਹੈ ਕਿ ਜਿਸ ਨੂੰ ਜੋ ਉਪਦੇਸ਼ ਕੀਤਾ ਹੈ ਉਹਦੇ ਹਵਾਲੇ ਦੇ ਕੇ ਉਹਨੂੰ ਸਮਝਾਇਆ ਤੇ ਅਸਲ ਗੱਲ ਵੱਲ ਧਿਆਨ ਦਿਵਾਇਆ ਕਿ ਉਹ ਹੈ ਪਰਮਾਤਮਾ ਦਾ ਸਿਮਰਨ। ਇਸ ਲਈ ਭਗਤ ਜੀ ਨੇ ਉਸ ਪੰਡਤ ਨੂੰ, ਉਸ ਸੰਨਿਆਸੀ ਨੂੰ, ਉਸ ਜੋਗੀ ਨੂੰ ਬੜੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੇ ਜੈ ਚੰਦ, ਇਹ ਸਾਰੀ ਸ੍ਰਿਸ਼ਟੀ ਭਰਮ ਦਾ ਸ਼ਿਕਾਰ ਹੋ ਗਈ। ਭਰਮ ਦਾ ਸ਼ਿਕਾਰ ਹੋਣ ਕਰਕੇ ਇਸ ਨੇ ਪਰਮਾਨੰਦ ਪਰਮਾਤਮਾ ਨੂੰ ਨਹੀਂ ਚੀਨਿਆ, ਨਹੀਂ ਜਾਣਿਆ। ਤੋ ਇਸੇ ਤਰ੍ਹਾਂ ਇਹ ਜਿਹੜਾ ਦੂਸਰਾ ਸ਼ਬਦ ਹੈ, ਇਹਦੇ ਵਿੱਚ ਵੀ ਭਗਤ ਤਰਲੋਚਨ ਜੀ ਇਸੇ ਗੱਲ ਤੇ ਜ਼ੋਰ ਦਿੰਦੇ ਹਨ। ਅਰੀ ਬਾਈ ਗੋਬਿੰਦ ਨਾਮ ਮਤ ਵੀਸਰੈ, ਹੇ ਮੇਰੀ ਭੈਣ, ਹੇ ਸਤਸੰਗਨ, ਗੋਬਿੰਦ ਦਾ ਨਾਮ ਮਤ ਭੁੱਲੇ। ਭਾਵ ਪਰਮਾਤਮਾ ਦੇ ਨਾਮ ਨੂੰ ਨਹੀਂ ਭੁੱਲਣਾ ਚਾਹੀਦਾ। ਹੁੰਦਾ ਕੀ ਹੈ ਕਿ ਲੋਕ, ਮੈਂ ਜਾਂ ਤੁਸੀਂ, ਸਾਰਾ ਜੀਵਨ ਜਿਹੜੇ ਪਾਸੇ ਧਿਆਨ ਰੱਖਦੇ ਹਾਂ ਉਹ ਸਾਡੇ ਸੰਸਕਾਰਾਂ ਵਿੱਚ ਸਮਾ ਜਾਂਦੇ ਤੇ ਉਹੋ ਜਿਹੀਆਂ ਗੱਲਾਂ, ਉਹੋ ਜਿਹੇ ਫੁਰਨੇ ਸਾਡੇ ਅੰਦਰ ਚੱਲਦੇ ਰਹਿੰਦੇ ਤੇ ਕਈ ਵਾਰੀ ਮਰਦਿਆਂ ਵੀ ਉਹ ਨਹੀਂ ਭੁੱਲਦੇ। ਆਪ ਇਸ ਤਰ੍ਹਾਂ ਦੇ ਜੀਵਨ ਵਿੱਚ ਵਿਚਰਦਿਆਂ ਦੇਖਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਸਾਰਾ ਜੀਵਨ ਜਿਸ ਪਾਸੇ ਵੱਲ ਲੱਗਾ ਰਹਿੰਦਾ, ਤੁਸੀਂ ਲੱਖ ਯਤਨ ਕਰੋ ਉਹਨਾਂ ਨੂੰ ਸਮਝਾਉਣ ਦਾ, ਉਹ ਮੁੜ ਮੁੜ ਕੇ ਉਹੋ ਜਿਹੀਆਂ ਗੱਲਾਂ ਕਰਨਗੇ। ਜੇ ਕਿਸੇ ਨੂੰ ਸ਼ਰਾਬ ਪੀਣ ਦੀ ਆਦਤ ਹੈ, ਨਸ਼ੇ ਖਾਣ ਦੀ ਆਦਤ ਹੈ, ਉਹ ਨਸ਼ਿਆਂ ਤੋਂ ਨਹੀਂ ਟੁੱਟਦਾ। ਇਸੇ ਤਰ੍ਹਾਂ ਜਿਸ ਚੀਜ਼ ਵੱਲ ਸਾਰੀ ਉਮਰ ਬੰਦੇ ਦਾ ਧਿਆਨ ਰਹਿੰਦਾ, ਮਰਨ ਵੇਲੇ ਵੀ ਉਹ ਧਿਆਨ ਨਹੀਂ ਛੁੱਟਦਾ। ਇਹੋ ਜਿਹੀਆਂ ਇੱਕ ਨਹੀਂ ਅਨੇਕਾਂ ਮਿਸਾਲਾਂ ਮੌਜੂਦ ਨੇ। ਤੋ ਗੱਲ ਕੀ, ਭਗਤ ਜੀ ਨੇ ਤਾਂ ਸਾਨੂੰ ਇਹ ਸਿੱਖਿਆ ਦਿੱਤੀ ਹੈ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੈ। ਹੇ ਭੈਣ, ਗੋਬਿੰਦ ਦਾ ਨਾਮ ਮਤ ਭੁੱਲਣਾ ਕਰ। ਗੋਬਿੰਦ ਦੇ ਨਾਮ ਨੂੰ ਹਮੇਸ਼ਾ ਚੇਤੇ ਰੱਖੋ। ਮੈਂ ਦੇਖਿਆ ਜਿਨ੍ਹਾਂ ਲੋਕਾਂ ਨੂੰ ਗਾਲਾਂ ਕੱਢਣ ਦੀ ਆਦਤ ਪੈ ਜਾਏ, ਉਹ ਕਿਸੇ ਵੀ ਸਭਾ ਵਿੱਚ ਬੈਠੇ ਹੋਣ, ਉਹਨਾਂ ਦੇ ਮੂੰਹੋਂ ਗਾਲਾਂ ਹੀ ਨਿਕਲਦੀਆਂ। ਜਿਨ੍ਹਾਂ ਬੰਦਿਆਂ ਨੂੰ ਨਿੰਦਿਆ ਕਰਨ ਦੀ, ਚੁਗਲੀ ਕਰਨ ਦੀ ਆਦਤ ਪੈ ਜਾਏ, ਉਹਨਾਂ ਨੂੰ ਲੱਖ ਸਮਝਾਓ, ਉਹ ਫੇਰ ਉਹੀ ਕੰਮ ਕਰਦੇ। ਤੋ ਇਸ ਲਈ ਭਗਤ ਜੀ ਕਹਿੰਦੇ ਨੇ, ਪਿਆਰਿਓ, ਇਹ ਜਿਹੜੀਆਂ ਗਲਤ ਆਦਤਾਂ ਹਨ, ਇਹ ਬੰਦੇ ਨੂੰ ਗਲਤ ਪਾਸੇ ਲਿਜਾਂਦੀਆਂ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਜਦੋਂ ਨੰਦੇੜ ਦੱਖਣ ਗਏ ਤੇ ਬੰਦਾ ਵੀਰ ਬੈਰਾਗੀ ਦੇ ਆਸ਼ਰਮ ਵਿੱਚ ਗਏ। ਲੰਬੀ ਗਾਥਾ ਹੈ। ਜਦੋਂ
ਬੰਦਾ ਵੀਰ ਬੈਰਾਗੀ ਜਿਹੜਾ ਰਿੱਧੀਆਂ ਸਿੱਧੀਆਂ ਦਾ ਮਾਲਕ ਹੋ ਕੇ ਅਹੰਕਾਰੀ ਹੋ ਚੁੱਕਾ ਸੀ, ਉਹਨੂੰ ਸੁਭਾਅ ਬਣ ਗਿਆ ਸੀ ਕਿ ਜਿਹੜਾ ਉਹਦੇ ਆਸ਼ਰਮ ਵਿੱਚ ਆਉਂਦਾ ਉਹਨੂੰ ਪਲੰਗ 'ਤੇ ਬਿਠਾਉਂਦਾ ਤੇ ਪਲੰਗ ਉਲਟਾ ਦਿੰਦਾ, ਉਹਦੀ ਬੇਇੱਜ਼ਤੀ ਹੋ ਜਾਂਦੀ। ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਵੀ ਗਏ, ਉਹਨਾਂ ਨੂੰ ਵੀ ਪਲੰਗ 'ਤੇ ਬਿਠਾਇਆ। ਕਹਿੰਦੇ ਨੇ ਬੰਦਾ ਪੀਰ ਬੈਰਾਗੀ ਉਸ ਵੇਲੇ ਆਸ਼ਰਮ ਵਿੱਚ ਹਾਜ਼ਰ ਨਹੀਂ ਸੀ, ਉਹ ਕਿਤੇ ਦੂਰ ਬੈਠਾ ਜੰਗਲ ਵਿੱਚ ਕੋਈ ਆਪਣੀ ਤਪ ਕਰ ਰਿਹਾ। ਉਹਦੇ ਜਿਹੜੇ ਚੇਲੇ ਬਾਲਕੇ ਸਨ ਉਹਨਾਂ ਨੇ ਯਤਨ ਕੀਤਾ, ਪਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਸਰਬ ਕਲਾ ਸਮਰੱਥ ਸਨ, ਉਹ ਪਲੰਗ ਉੱਥੋਂ ਨਾ ਹਿੱਲਿਆ। ਕਹਿੰਦੇ ਨੇ ਬੰਦਾ ਪੀਰ ਬੈਰਾਗੀ ਆਇਆ, ਉਹ ਸਮਝ ਗਿਆ ਕਿ ਇਹ ਕੋਈ ਵੱਡੀ ਸ਼ਕਤੀ ਆਈ ਹੈ, ਚਰਨਾਂ 'ਤੇ ਟਹਿ ਪਿਆ ਤੇ ਆਖਿਆ ਮੈਂ ਤੁਹਾਡਾ ਬੰਦਾ। ਲੰਬੀ ਗਾਥਾ ਨਾ ਕਰੀਏ, ਗੁਰੂ ਸਾਹਿਬ ਨੇ ਉਹਨੂੰ ਅਹਿਸਾਸ ਕਰਾਇਆ ਕਿ ਇਹਨਾਂ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਵਿੱਚ ਕੋਈ ਲਾਭ ਨਹੀਂ। ਇਹ ਦੱਸ ਕਿ ਤੇਰਾ ਗੁਰੂ ਕੌਣ ਸੀ? ਉਹਨੇ ਆਪਣੇ ਗੁਰੂ ਦਾ ਨਾਮ ਦੱਸਿਆ। ਕਹਿਣ ਲੱਗੇ ਤੈਨੂੰ ਪਤਾ ਹੈ ਕਿ ਤੇਰਾ ਗੁਰੂ ਇਸ ਵੇਲੇ ਕਿੱਥੇ ਹੈ? ਕਹਿੰਦਾ ਨਹੀਂ, ਤੁਸੀਂ ਕਿਰਪਾ ਕਰਕੇ ਦੱਸੋ। ਮਹਾਰਾਜ ਨੇ ਕਿਹਾ ਉਹ ਜਿਹੜਾ ਦਰਖਤ ਹੈ ਉਹਦੇ ਉਹ ਫਲ ਦੇ ਵਿੱਚ ਤੇਰਾ ਗੁਰੂ ਬੈਠਾ ਕੀੜਾ ਬਣ ਕੇ। ਉਹਨੇ ਫਲ ਤੋੜ ਲਿਆਂਦਾ। ਜਦੋਂ ਉਹਨੂੰ ਤੋੜਿਆ ਤੇ ਵਾਕਈ ਉਹਦੇ ਵਿੱਚ ਕਿਰਮ ਸੀ, ਕਿਰਲ ਕਿਰਲ ਕਰ ਰਿਹਾ ਸੀ। ਬੜਾ ਹੈਰਾਨ ਹੋਇਆ, ਆਖਣ ਲੱਗਾ ਮਹਾਰਾਜ ਇਹ ਕੀ ਹੋਇਆ? ਕਹਿਣ ਲੱਗੇ ਜਦੋਂ ਤੇਰੇ ਗੁਰੂ ਦੀ ਸਰੀਰ ਵਿੱਚੋਂ ਆਤਮਾ ਨਿਕਲਣ ਲੱਗੀ, ਇਹਦਾ ਧਿਆਨ, ਇਹਦੀ ਬਿਰਤੀ, ਇਹਦਾ ਖਿਆਲ ਉਹ ਫਲ ਵੱਲ ਸੀ, ਤੇ ਫਲ ਵਿੱਚ ਧਿਆਨ ਹੋਣ ਕਰਕੇ ਇਹ ਕਿਰਮ ਬਣ ਕੇ ਉੱਥੇ ਪੈ। ਇਹ ਗੱਲ ਮੰਨਣ ਯੋਗ ਹੈ। ਅਸੀਂ ਆਮ ਆਪਣੇ ਸਮਾਜ ਵਿੱਚ ਵੀ ਸੁਣਦੇ ਹਾਂ, ਜੇ ਕੋਈ ਬਹੁਤ ਮਾਇਆਧਾਰੀ ਮਾਇਆ ਤੇ ਜੱਫਾ ਮਾਰ ਕੇ ਬੈਠਾ ਹੋਵੇ ਤੇ ਕਹਿ ਦਿੰਦੇ ਇਹ ਤਾਂ ਇੱਛਾਧਾਰੀ ਸੱਪ ਹੈ। तो भगत जी ने कोई ऐसी विलक्षण बात नहीं कही। उन्होंने यही यत्न किया है कि हे बंदे, जे तू होर चीज़ों विच अपना ध्यान लाई रखेगा तो अंत मता ततर गता। तो ये शब्द विच भी भगत जी कहते हैं अरे भाई गोबिंद नाम मत विसरे, परमात्मा का नाम मत भुलना करो। जे भुलोगे अंत काल जो लक्ष्मी सिमरै। हुण अंत दे तत्ते नूं सियारी है, काल दे लल्ले नूं सियारी, जिहदा अर्थ है अंत समय। जिहड़ा बंदा लक्ष्मी माया का ध्यान करदा करदा मर जाएगा। सिमरै का मतलब है याद करना, चिंतन करना। ऐसी चिंता में जे मरै। इस तरह की चितवनी चितवदा होया जे उहदी मौत हो जाएगी, सर्प जोन वल वल अवतरै। वो फिर मुड़ मुड़ के सप की जूनी विच पैंदा। साध संगत, इस तरह दीयां कितनियां ही घटनावां ते साखियां साडे समाज विच इर्द गिर्द चलदियां हन। कहण दा भाव यह है कि सानू अपने जीवन विच परमात्मा का सिमरन करना चाहिए। ठीक है, किरत करनी माड़ी नहीं, पर किरत करन दे नाल धर्म की किरत करनी बड़ी जरूरी। फिर नाम जपना ते वंड छकना, ये तीन सिद्धांत गुरु ने दिते। पर हर वेले माया दे विच ध्यान रखना। कई लोग मैं देखे संगत विच भी आउंदे हन, सतसंगी भी होंदे ने, पर गल माया दी करनी। मैं अपनियां हड बीतियां दसन तो संकोच करदा ते बाणी दे ਉਹ अर्थ ਜਿਹੜੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਸਮਝ ਆ ਸਕਣ ਔਰ ਸਾਨੂੰ ਟੁੰਬ ਸਕਣ, ਪ੍ਰੇਰਨਾ ਕਰ ਸਕਣ। तो शब्द का केंद्री भाव तो यो ही है,
अरी बाई गोबिंद नाम मत बीसरै। हे भैन, भुल के कदे नाम ना भुलो, भाव नाम नू सदा चेते रखो। इसे लिए बाणी विच गया कि उठत बैठत सोवत ध्याईए, मार्ग चलत हरे हर गाईए। ते जे कोई परमात्मा दे नाम नू भुल के हर वेले माया की चेतवनी विच लगा रहेगा तो उहदा हशर ये होवेगा। कई लोग कहते हैं जी तुहानू की पता, मैं एक गल कहा करदा भई जिस तरह बच्चे नू मां समझाउण वास्ते गलत काम तो हटाउण वास्ते कई बारी उसनू बचपन की अवस्था के मुताबिक ये डर देंदी है बई तैनू माऊ नू फड़ा देंगी। कदे किसी माँ ने माऊ नहीं देखे, कदे किसी माँ ने अपने बच्चे नू माऊ नू नहीं फड़ाया। बई माँ की इच्छा की है कि बच्चा गलत काम ना करे। ज्यों ज्यों बच्चे की उम्र वड्डी हुंदी है फिर उन्होंने ओहो जिहियां चीज़ां का डर दिता जाता, जिवें चूहे का डर, बिल्ले का डर। माँ का मकसद ये नहीं कि वह चूहे नू फड़ाएगी या बिल्ले नू फड़ाएगी, उसका मतलब बच्चे नू ठीक रस्ते पाउणा। इसी तरह भगत जनां दा जो उद्देश है वो सानू परमात्मा के सिमरन नाल जोड़ना। अरी बाई गोबिंद नाम मत बीसरै। पर जे गोबिंद का नाम भुल के हर वेले माया की चेतवनी करांगे, अंत काल जो लक्ष्मी सिमरै। ऐसी चिंता में जे मरै, सर्प जोन वल वल अवतरै। फिर रहाओ की पंक्ति तो बाद दूजे पद विच कहना, अंत काल जो स्त्री सिमरै। अंत समय हुण गल यह है कि जो जीवन पर चितविया होवे, जिधर बंदे का जीवन पर ख्याल होवे, अंत समय भी वो ख्याल हो। मैनू एक घटना साखी रूप याद है। किसी बजुर्ग ने अपने परिवार तो चोरी कुछ सोना चांदी पैसे इकट्ठे करके, पहले समयां विच कच्चे घर हुंदे सन ते कच्चियां दीवारां दे अंदर आले रखे हुंदे सन। एक आले दे अंदर उसने वो सोना चांदी इकट्ठा करके रख दिता ते उतों लिप दिता। उदों बैंक वगैरह नहीं हुंदे सन। उन्हें रखिया ते इसलिए कि औखे सौखे वेले काम देवेगा। पर जदों उहदा अंत समा आया तो उसकी आवाज़ बंद हो गई, उसकी बोलती बंद हो गई। सारे घर दे पुत्र धीआं नूंहां समझ गए कि बापू हुण चलिया। सब कट्ठे हो गए ते वो कहन बापू राम राम कहो, वाहगुरू वाहगुरू कहो। पर बापू का ध्यान उस आले विच लगा होया सी जिथे उसने सब तो चोरी सोना चांदी पैसे रखे हुए सन। वो मुड़ मुड़ के उंगल उधर करे उस आले वल। हुण बच्चिआं नूं ते समझ ना आवे भी बापू की कहंदा। एक मिसाल है, उस वेले जे कोई कहे भी किसी नूं रब दा नाम चेते आवे मुश्किल है। भगत जी कहना ये चाहुंदे ने कि जीवन विच परमात्मा दा नाम सिमरो ते फिर अंत समय भी तुहानूं ध्यान आएगा। अंत काल जो स्त्री सिमरै, ऐसी चिंता में जे मरै। कईयां दा बहुत काम वासना विच, चाहे कोई स्त्री होवे चाहे कोई पुरुष होवे, कहने का मतलब है जो उन्हां दा ध्यान होवेगा, उस ध्यान के कारण उन्होंने ओह जी फिर जू नहीं मिलेगी। वो बेसवा जून में चले जाएंगे, क्योंकि बेसवा के संबंध में कौन नहीं जानता।
ਉਹਦੀ ਕੀ ਭਾਵਨਾ ਹੁੰਦੀ ਹੈ, ਉਹਦੀ ਕੀ ਅਵਸਥਾ ਹੁੰਦੀ, ਉਹਦੀ ਕੀ ਸੋਚ ਹੁੰਦੀ, ਇਹ ਸਮਝਾਉਣ ਦਾ ਇੱਕ ਤਰੀਕਾ ਹੈ, ਪਰਉਪਕਾਰ ਹੈ। ਜਿਹੜੇ ਲੋਕ ਸਿਰਫ ਕਿੰਤੂ ਪਰੰਤੂ ਕਰਨ ਵਾਲੇ ਨੇ ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ, ਪਰ ਜਿਨ੍ਹਾਂ ਨੇ ਸਿੱਖਿਆ ਲੈਣੀ ਹੁੰਦੀ ਹੈ ਉਹ ਤੇ ਇੱਕਦਮ ਆਪਣਾ ਜੀਵਨ ਬਦਲਦੇ। ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵਲ ਵਲ ਔਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਹੁਣ ਕਈਆਂ ਨੂੰ ਜੀਵਨ ਭਰ ਇਹੋ ਹੀ ਇੱਛਾ ਰਹਿੰਦੀ ਕਿ ਮੇਰੇ ਘਰ ਲੜਕਾ ਹੋਵੇ, ਸੰਤਾਨ ਹੋਵੇ, ਔਰ ਇਸੇ ਹੀ ਚਿੰਤਾ ਵਿੱਚ ਮਰ ਜਾਂਦੇ। ਸਾਧ ਸੰਗਤ ਤੇ ਸਭ ਕੁਝ ਸਮਾਜ ਵਿੱਚ ਹੁੰਦਾ ਹੈ, ਅਸੀਂ ਆਪਣੇ ਕੰਨਾਂ ਨਾਲ ਸੁਣਦੇ ਹਾਂ, ਅੱਖਾਂ ਨਾਲ ਦੇਖਦੇ ਹਾਂ, ਇੰਨਾ ਜ਼ਿਆਦਾ ਪਿਆਰ ਹੁੰਦਾ। ਕਈ ਫਿਰ ਆਪਣਾ ਪੁੱਤਰ ਨਾ ਹੋਵੇ, ਦੂਜਿਆਂ ਕੋਲੋਂ ਲੈ ਕੇ ਆਪਣਾ ਬਣਾਉਂਦੇ ਨੇ, ਭਾਵੇਂ ਉਹਦਾ ਰਿਜ਼ਲਟ ਕੁਝ ਵੀ ਨਿਕਲੇ, ਪਰ ਭਾਵਨਾ ਤੇ ਉੱਥੇ ਹਨ। ਤਾਂ ਭਗਤ ਜੀ ਕਹਿੰਦੇ ਨਹੀਂ ਭਾਈ, ਇਹਨਾਂ ਚੀਜ਼ਾਂ ਨਾਲ ਇੰਨਾ ਪਿਆਰ ਨਾ ਪਾਓ। ਅੰਤ ਕਾਲ ਜੋ ਲੜਕੇ ਸਿਮਰੇ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਔਤਰੈ। ਸੂਕਰ ਕਹਿੰਦੇ ਸੂਰ ਨੂੰ, ਸੂਰੀ ਦੇ ਪਿੱਛੇ 12 ਬੱਚੇ ਹੁੰਦੇ, ਭੀੜ ਲੱਗੀ ਹੁੰਦੀ। ਕਹਿਣ ਦਾ ਮਤਲਬ ਉਸ ਨੂੰ ਫਿਰ ਲੜਕਿਆਂ ਦੀ ਉਹ ਭੁੱਖ ਇਉਂ ਪੂਰੀ ਹੁੰਦੀ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਹੁਣ ਇੱਥੇ ਮੰਦਰ ਦਾ ਸਪੈਲਿੰਗ ਵੀ ਦੇਖਣਾ ਤੇ ਮੰਦਰ ਦਾ ਅਰਥ ਵੀ ਠੀਕ ਸੋਚਣਾ। ਇੱਥੇ ਕਿਸੇ ਭਗਵਾਨ ਦੇ ਮੰਦਰ ਦੀ ਗੱਲ ਨਹੀਂ ਹੋ ਰਹੀ, ਇਹ ਹੈ ਮਹਿਲ ਮਾੜੀਆਂ ਦੀ ਗੱਲ। ਕਈ ਬੰਦਿਆਂ ਨੂੰ ਆਪਣੀਆਂ ਮਹਿਲ ਮਾੜੀਆਂ ਦਾ, ਮਕਾਨਾਂ ਦਾ ਬੜਾ ਮੋਹ ਹੁੰਦਾ। ਠੀਕ ਹੈ, ਰਹਿਣ ਵਾਸਤੇ ਕੁੱਲੀ ਚਾਹੀਦੀ ਹੈ, ਸਰੀਰ ਢੱਕਣ ਲਈ ਜੁੱਲੀ ਚਾਹੀਦੀ ਹੈ, ਢਿੱਡ ਭਰਨ ਲਈ ਗੁੱਲੀ ਚਾਹੀਦੀ ਹੈ, ਪਰ ਉਹਨਾਂ ਵਾਸਤੇ ਇੰਨੇ ਲਿਪਾਏ ਮਾਨ ਨਾ ਹੋ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਪ੍ਰੇਤ ਜੋਨ ਵਲ ਵਲ ਔਤਰੈ। ਲਓ, ਇੰਨਾ ਕੁਝ ਕਹਿ ਕੇ ਫਿਰ ਭਗਤ ਜੀ ਆਪਣਾ ਫੈਸਲਾ ਦਿੰਦੇ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ। ਭਦਤ ਤਿਲੋਚਨ ਤੇ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਬਸੈ। ਆਖਿਰ ਜਿਹੜਾ ਅੰਤ ਸਮੇਂ ਨਾਰਾਇਣ ਦਾ ਸਿਮਰਨ ਕਰੇਗਾ, ਭਾਈ ਜੇ ਉਹਨੇ ਜੀਵਨ ਵਿੱਚ ਕੀਤਾ ਹੋਵੇਗਾ ਫਿਰ ਤੇ ਉਹ ਅੰਤ ਸਮੇਂ ਵੀ ਯਾਦ ਕਰੇਗਾ। ਤੇ ਜੇ ਉਹ ਨਾਰਾਇਣ ਨੂੰ ਚਿਤਵਦਾ ਮਰ ਜਾਏਗਾ, ਭਦਤ ਤਿਲੋਚਨ, ਭਗਤ ਤਿਲੋਚਨ ਜੀ ਕਹਿੰਦੇ ਨੇ ਤੇ ਨਰ ਮੁਕਤਾ, ਉਹ ਬੰਧਨਾਂ ਤੋਂ ਰਹਿਤ ਹੋ ਜਾਏਗਾ। ਪੀਤਾਂਬਰ ਵਾਕੇ ਹਿਰਦੈ ਬਸੈ। ਐਸਾ ਖਿਆਲ ਹੈ ਕਿ ਪਰਮਾਤਮਾ ਦੀ ਪੁਸ਼ਾਕ ਪੀਲੇ ਰੰਗ ਦੀ ਹੈ, ਇਸ ਲਈ ਉਹਨੂੰ ਪੀਤੰਬਰ ਵੀ ਕਿਹਾ ਜਾਂਦਾ। ਅੰਬਰ ਕਹੀਏ ਕੱਪੜੇ, ਪੀਤ ਕਹੀਏ ਪੀਲੇ ਰੰਗ ਦੇ। ਤੋ ਕਹਿੰਦੇ ਉਹਦੇ ਹਿਰਦੇ ਵਿੱਚ ਪਰਮਾਤਮਾ ਵਸ ਜਾਏਗਾ ਔਰ ਉਹ ਇਹਨਾਂ ਵਾਸ਼ਨਾਵਾਂ ਤੋਂ ਮੁਕਤ ਹੋ ਜਾਏਗਾ। ਸਾਰੇ ਸ਼ਬਦ ਦਾ ਨਿਚੋੜ ਅਰੀ ਭਾਈ ਗੋਬਿੰਦ ਨਾਮ ਮਤ ਵੀਸਣੈ। ਆਓ, ਸਾਨੂੰ ਗੁਰਬਾਣੀ ਸਿੱਖਿਆ ਦਿੰਦੀ, ਸਾਜ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।